ਸਭ ਤੋਂ ਪਹਿਲਾਂ ਤੇ ਮੈਂ ਵਰਦਾ ਸ਼ਹਿਜ਼ਾਦੀ ਸਾਹਿਬਾ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਨੇ ਅੱਜ ਮੈਨੂੰ ਗੁਜਰਾਂ ਵਾਲਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ। ਸਾਡੇ ਦੋਵਾਂ ਮੁਲਕਾਂ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਨੇ। ਸੋ ਦੋਵੇਂ ਮੁਲਕਾਂ ਦੇ ਬਸ਼ਿੰਦਿਆਂ ਨੂੰ ਯੌਮ-ਏ ਆਜ਼ਾਦੀ ਦੀ 76ਵੀਂ ਸਾਲਗਿਰਾ ਜਿਹੜੀ ਹੈ ਉਹਦੀ ਬਹੁਤ ਬਹੁਤ ਮੁਬਾਰਕ ਹੋਏ। ਪਰ ਇਸ ਜਸ਼ਨ ਆਜ਼ਾਦੀ ਨਾਲ ਇੱਕ ਦਾਸਤਾਨ ਹੋਰ ਵੀ ਜੁੜੀ ਹੋਈ ਹੈ, ਬਰਬਾਦੀ ਦੀ ਦਾਸਤਾਨ, ਸਾਡੀ ਵੰਡ ਦੀ ਦਾਸਤਾਨ, ਪਾਰਟੀਸ਼ਨ ਦੀ ਦਾਸਤਾਨ, ਜਿਹੜੀ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਭੁੱਲਣੀ ਨਹੀਂ ਚਾਹੀਦੀ। ਉਹ ਇਸ ਕਰਕੇ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੀ ਤਵਾਰੀਖ ਹੈ, the history gives us an understanding of forgiving each other, but we must not forget the lessons of history. ਕਿਉਂਕਿ ਜੇ ਅਸੀਂ ਤਵਾਰੀਖ ਦੇ ਇਸ ਸਬਕ ਨੂੰ ਭੁੱਲ ਜਾਵਾਂਗੇ ਤੇ ਇਹ ਮੁੜ ਆਪਣੇ ਆਪ ਨੂੰ ਦੁਹਰਾਏਗਾ ਔਰ ਉਹਦੇ ਸਿੰਪਟਮਸ ਤੁਸੀਂ ਆਲਰੇਡੀ ਦੇਖ ਰਹੇ ਹੋ ਕਿ ਅੱਜ ਦੇ ਸਮਾਜ ਦੇ ਵਿੱਚ, ਅੱਜ ਦੋਵਾਂ ਮੁਲਕਾਂ ਦੇ ਵਿੱਚ ਉਹ ਫਿਰ ਆਪਣਾ ਸਿਰ ਚੁੱਕ ਰਹੇ ਨੇ। ਇਸ ਕਰਕੇ ਤਾਰੀਖ ਤੇ ਉਸ ਇਤਿਹਾਸ ਤੇ ਉਸ ਦੌਰ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸੋ ਅੱਜ ਗੱਲਾਂ ਮੈਂ ਜਿਹੜੀਆਂ ਤੁਹਾਡੇ ਨਾਲ ਕਰਾਂਗਾ ਉਹ ਵੰਡ ਤੇ ਪਾਰਟੀਸ਼ਨ ਦੇ ਜਿਹੜੇ ਸੰਤਾਪ ਦੀ ਗੱਲ ਹੈ। ਔਰ ਉਹ ਸੰਤਾਪ ਸਿਰਫ 1947 ਦਾ ਨਹੀਂ ਸੀ, ਉਹ 1 ਜਾਂ 2 ਸਾਲ ਦਾ ਸੰਤਾਪ ਨਹੀਂ ਸੀ, ਉਹ ਸਾਡੇ ਨਾਲ ਅੱਜ ਤੱਕ ਤੁਰ ਰਿਹਾ ਪੀੜ੍ਹੀ ਦਰ ਪੀੜ੍ਹੀ। ਇਹ ਉਹ ਸੰਤਾਪ ਹੈ ਜਿਹੜਾ ਅਸੀਂ ਆਪ ਹੀ ਇੱਕ ਦੂਜੇ ਲਈ ਕ੍ਰੀਏਟ ਕੀਤਾ। ਅਸੀਂ ਆਪਣੀ ਇਨਸਾਨੀਅਤ ਭੁੱਲ ਕੇ ਸਾਰੇ ਮਜ਼ਹਬਾਂ ਦੇ ਲੋਕ, ਸਾਰੀਆਂ ਕੌਮਾਂ ਦੇ ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਗਏ, ਜਿਹੜੇ ਸਾਡੇ ਆਂਢੀ ਗੁਆਂਢੀ ਹੁੰਦੇ ਸਨ, ਜਿਨ੍ਹਾਂ ਨਾਲ ਸਾਡੀਆਂ ਸਾਂਝਾਂ ਸਨ, ਜਿਨ੍ਹਾਂ ਨਾਲ ਸਾਡੇ ਚੁੱਲ੍ਹੇ ਸਾਂਝੇ ਸਨ। ਮਨੂਸ਼ ਬਟਾਲਵੀ ਦੀ ਇੱਕ ਨਜ਼ਮ ਹੈ, ਜੇ ਮੈਂ ਉਹਦੀਆਂ ਕੁਝ ਸਤਰਾਂ ਤੁਹਾਨੂੰ ਇੱਥੇ ਤੁਹਾਡੇ ਸਾਹਮਣੇ ਉਹਨਾਂ ਨੂੰ ਪੇਸ਼ ਕਰਾਂ ਤੇ ਤੁਹਾਨੂੰ ਸ਼ਾਇਦ ਉਸ ਚੀਜ਼ ਦਾ ਜਿਹੜਾ ਅਹਿਸਾਸ ਸ਼ਿੱਦਤ ਨਾਲ ਹੋਏ ਕਿ ਅਸੀਂ ਉਦੋਂ ਕੀ ਕੀਤਾ ਸੀ। ਨਜ਼ਮ ਦਾ ਜਿਹੜਾ ਉਹਦਾ ਉਨਵਾਨ ਹੈ ਉਹ ਹੈ ਦੁੱਧ ਦਾ ਕਤਲ। ਉਹਦੀਆਂ ਮੈਂ ਕੁਝ ਸ਼ੁਰੂਆਤੀ ਸਤਰਾਂ ਹੀ ਪੜ੍ਹਾਂਗਾ, ਸਾਰੀ ਨਜ਼ਮ ਨਹੀਂ ਪੜ੍ਹਾਂਗਾ। ਮੈਨੂੰ ਤੇ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ ਜਦੋਂ ਦੋਹਾਂ ਨੇ ਰਲ ਕੇ ਆਪਣੀ ਮਾਂ ਦਾ ਕਤਲ ਕੀਤਾ ਸੀ। ਉਸ ਦਾ ਲਹੂ ਜਿੱਦਾਂ ਕੁੱਤਿਆਂ ਕਾਵਾਂ ਨੇ ਪੀਤਾ ਸੀ। ਆਪਣਾ ਨਾਂ ਅਸੀਂ ਸਾਰੇ ਹੀ ਪਿੰਡ ਵਿੱਚ ਭੰਡ ਲੀਤਾ ਸੀ। ਮੈਨੂੰ ਤੇ ਯਾਦ ਹੈ ਅੱਜ ਵੀ ਕਿਵੇਂ ਘਰ ਨੂੰ ਹੈ ਅੱਗ ਲੱਗਦੀ, ਤੇ ਤੈਨੂੰ ਵੀ ਯਾਦ ਹੋਵੇਗਾ ਜਦੋਂ ਅਸੀਂ ਰੱਤ ਬਿਹੂਣੇ ਅਰਧ ਧੜ ਘਰ ਲਿਆਏ ਸਾਂ। ਅਸੀਂ ਮਾਂ ਦੇ ਕਤਲ ਉੱਪਰ ਬੜਾ ਹੀ ਮੁਸਕਰਾਏ ਸਾਂ। ਅਸੀਂ ਇਸ ਕਤਲ ਲਈ ਦੋਹਾਂ ਹੀ ਮਜ਼ਹਬਾਂ ਦੇ ਪੜ੍ਹਾਏ ਸਾਂ ਤੇ ਦੋਵੇਂ ਹੀ ਕਪੁੱਤਰ ਸਾਂ ਤੇ ਮਜ਼ਹਬੀ ਜੂਨ ਆਏ ਸਾਂ। ਮੇਰੇ ਖਿਆਲ 'ਚ ਇਹ ਸਤਰਾਂ ਉਸ ਦੌਰ ਦੀ ਜਿਹੜੀ ਵਹਿਸ਼ਤ ਹੈ ਉਹਨੂੰ ਬਿਨਾਂ ਕਿਸੇ ਸੰਕੋਚ ਦੇ ਬਿਆਨ ਕਰਦੀ। ਇਹਦੇ ਨਾਲ ਹੀ ਜੁੜੀਆਂ ਹੋਈਆਂ ਕੁਝ ਸਤਰਾਂ ਮੈਂ ਆਪਣੀ ਨਜ਼ਮ ਹੈ, ਉਹ ਨਜ਼ਮ ਤੇ ਜਲਿਆਂਵਾਲੇ ਬਾਗ ਦੇ ਸਾਕੇ ਤੇ ਹੈ, ਜਿੱਥੇ 1919 ਦੇ ਵਿੱਚ ਸਾਰੇ ਮਜ਼ਹਬਾਂ ਦੇ ਲੋਕਾਂ ਨੇ, ਭਾਵੇਂ ਉਹ ਹਿੰਦੂ ਸਨ, ਸਿੱਖ ਸਨ, ਮੁਸਲਮਾਨ ਸਨ, ਆਪਣਾ ਸਾਂਝਾ ਲਹੂ ਵਗਾਇਆ ਸੀ। ਔਰ ਜਿੱਥੋਂ ਮੈਨੂੰ ਲੱਗਦਾ ਹੈ ਕਿ ਜਿਹੜੀ ਆਜ਼ਾਦੀ ਦੀ ਮੁਹਿੰਮ ਹੈ ਉਹਦੀ ਜਿਹੜੀ ਨੀਂਹ ਰੱਖੀ ਗਈ ਸੀ ਉਹ ਜਲਿਆਂਵਾਲੇ ਬਾਗ ਦੇ ਸਾਕੇ ਤੋਂ ਰੱਖੀ ਗਈ ਸੀ। ਇਹ ਵੀ ਸਤਰਾਂ ਮੈਂ ਵਿੱਚੋਂ ਤੁਹਾਨੂੰ ਉਨੀਆਂ ਪੜ੍ਹ ਕੇ ਸੁਣਾ ਰਿਹਾ ਜਿਹੜੀਆਂ ਵੰਡ ਦੇ ਨਾਲ ਜੁੜੀਆਂ ਹੋਈਆਂ ਨੇ।
ਔਰ ਉਹੀ ਯਾਦ ਨੂੰ ਤਾਜ਼ਾ ਕਰਨ ਲਈ ਕਿ ਅਸੀਂ ਉਦੋਂ ਕੀ ਕੀਤਾ। ਜਲਿਆਂਵਾਲੇ ਬਾਗ ਜਿੱਥੇ ਸਾਡਾ ਲਹੂ ਸਾਂਝਾ ਡੁੱਲਿਆ ਸੀ, ਉਹ ਤੋਂ ਤਕਰੀਬਨ ਚੱਪਕ ਸਦੀ ਬਾਅਦ ਹੀ ਅਸੀਂ ਕਿਵੇਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ, ਇਸ ਤਰ੍ਹਾਂ ਉਸ ਸੈਂਟੀਮੈਂਟ ਨੂੰ ਐਡਰੈਸ ਕਰਦੀਆਂ ਨੇ। ਸੁਣਿਆ ਸੀ ਸਨ 47 'ਚ ਇਸ ਬਾਗ ਦੇ ਉਜੜਨ ਸਦਕਾ ਇਸ ਚਮਨ 'ਚ ਇੱਕ ਨਵੀਂ ਬਹਾਰ ਆਈ ਸੀ। ਇਹ ਬਹਾਰ ਕਿੰਨੇ ਕੁ ਚਿਰ ਦੀ ਸੀ? ਇਹ ਬਹਾਰ ਕਿਹੜੀ ਧਿਰ ਦੀ ਸੀ? ਮੇਰੇ ਤਾਂ ਚੁਗਿਰਦੇ ਸਾਰੇ ਮੌਤ ਨੱਚਦੀ ਫਿਰਦੀ ਸੀ। ਇੱਕ ਕਦੀਮ ਬੋੜ ਨਾਲੋਂ ਉਹਦਾ ਸੱਜਾ ਮੁੱਢੋਂ ਲਾ ਕੇ ਮੁੱਢੋਂ ਵੱਢ ਕੇ ਲਾ ਸੁੱਟਿਆ ਤੇ ਰਾਵੀ ਤੋਂ ਪਰਾਂ ਵਗਾ ਸੁੱਟਿਆ। ਦੋ ਟੋਟੇ ਹੋ ਗਏ, ਧਰਮ ਈਮਾਨ ਖੋਟੇ ਹੋ ਗਏ, ਝੱਖੜ ਝੁੱਲ ਗਏ, ਲੱਖਾਂ ਕੱਖਾਂ ਵਾਂਗ ਰੁੱਲ ਗਏ ਤੇ ਅਸੀਂ ਲਹੂ ਦੇ ਤ੍ਰਿਹਾਏ ਸਾਰੇ ਭੁੱਲ ਗਏ ਕਿ ਜਲਿਆਂਵਾਲੇ ਬਾਗ 'ਚ ਰਾਮਦਾਸ, ਗੁਲਾਮ ਰਸੂਲ ਤੇ ਕਰਤਾਰ ਸਿੰਘ ਦਾ ਜੋ ਡੁੱਲਿਆ ਸੀ, ਉਸ ਲਹੂ ਦਾ ਰੰਗ ਇੱਕੋ ਜਿਹਾ ਸੀ। ਤੇ ਜਲਿਆਂਵਾਲੇ ਬਾਗ ਦੇ ਖੂਹ ਨੂੰ ਪਤਾ ਨਹੀਂ ਸੀ ਲੱਗਾ ਕਿ ਨੈਣਾ, ਸੁਰੈਣਾ ਤੇ ਬਿੱਸੋਂ ਵਿੱਚੋਂ ਕਿਸ ਦਾ ਅੰਤਮ ਸਾਹ ਸੀ ਤੇ ਕਿਸ ਦੀ ਆਖਰੀ ਸਿਸਕੀ ਸੀ। ਤੇ ਅਸੀਂ ਸਾਰੇ ਭੁੱਲ ਗਏ ਕਿ ਜਲਿਆਂਵਾਲੇ ਦੇ ਜੱਲਾਦ ਦੇ ਖਿਲਾਫ ਜਿਹਾਦ ਕਰਨ ਵਾਲੇ ਦਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਸੀ। ਹੁਣ ਰਾਮ ਰਸੂਲ ਨਾਲ ਟਕਰਾ ਰਿਹਾ ਸੀ ਤੇ ਖੰਜਰ ਤ੍ਰਿਸ਼ੂਲ ਨਾਲ ਟਕਰਾ ਰਿਹਾ ਸੀ। ਇਹ ਰੁੱਤ ਰੱਤ ਦੀ ਸੀ, ਇਹ ਰੁੱਤ ਉਜੜਦੀ ਮੰਗ ਦੀ ਸੀ, ਇਹ ਰੁੱਤ ਲੁੱਟ ਦੀ ਪੱਤ ਦੀ ਸੀ। ਇਸ ਤਰ੍ਹਾਂ ਸੁਣਾਉਣ ਦਾ ਤੁਹਾਨੂੰ ਮਕਸਦ ਸਿਰਫ ਇਹੀ ਸੀ ਕਿ ਉਹ ਭਾਵੇਂ ਯਾਦ ਜਿੰਨੀ ਮਰਜ਼ੀ ਘਿਨਾਉਣੀ ਹੈ, ਜਿੰਨੀ ਮਰਜ਼ੀ ਵਹਿਸ਼ਤ ਵਾਲੀ ਵਹਿਸ਼ੀ ਯਾਦ ਹੈ ਪਰ ਉਹ ਤਾਜ਼ਾ ਕਰਨੀ ਇਸ ਕਰਕੇ ਜ਼ਰੂਰੀ ਸੀ ਕਿ ਇਹਨੂੰ ਮੁੜ ਅਸੀਂ ਨਾ ਦੁਹਰਾ ਸਕੀਏ। ਮੈਂ ਹੁਣ ਅੱਜ ਜਿਸ ਕੰਮ ਵਾਸਤੇ ਮੈਨੂੰ ਸੱਦਿਆ ਗਿਆ ਹੈ, ਜਿਹੜੀ ਇੱਕ ਨਜ਼ਮ ਹੈ ਕਿ ਮੈਂ ਗੁਜਰਾਂਵਾਲਾ ਛੋੜ ਆਇਆ, ਉਹ ਨਜ਼ਮ ਪੜ੍ਹਨ ਤੋਂ ਪਹਿਲਾਂ ਉਹਦਾ ਥੋੜ੍ਹਾ ਜਿਹਾ ਪਿਛੋਕੜ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰੇ ਵਾਲਦ ਸਾਹਿਬ ਗੁਜਰਾਂਵਾਲੇ ਉਹ ਹਿਜਰਤ ਕਰਕੇ 1947 'ਚ ਇੱਧਰ ਆਏ ਸਨ ਤੇ ਉਹਨਾਂ ਦਾ ਬਚਪਨ, ਉਹਨਾਂ ਦੀ ਜਵਾਨੀ ਦੇ ਜਿਹੜੇ ਪਹਿਲੇ ਸਾਲ ਨੇ ਉਹ 17 ਸਾਲ ਤੱਕ ਗੁਜਰਾਂਵਾਲੇ ਵਿੱਚ ਸਨ ਤੇ ਉਹਨਾਂ ਦਾ 1930 ਦਾ ਪੈਦਾਇਸ਼ ਹੈ, 30 ਦੀ ਪੈਦਾਇਸ਼ ਹੈ ਤੇ 1947 ਵਿੱਚ ਉਹ ਇੱਧਰ ਆ ਗਏ ਸਨ। ਉਹਨਾਂ 'ਤੇ ਜੋ ਉਸ ਦੌਰਾਨ ਵਾਪਰੀ ਜਾਂ ਉਸ ਤੋਂ ਪਹਿਲਾਂ ਜਦੋਂ ਗੁਜਰਾਂਵਾਲੇ ਲੈ ਰਹੇ ਸਨ, ਕੁਛ ਝਲਕ ਤੁਹਾਨੂੰ ਮਿਲੇਗੀ ਕਿ ਉਹਨਾਂ ਦਾ ਉੱਥੇ ਰਹਿਣਾ ਬਹਿਣਾ, ਉਹਨਾਂ ਦਾ ਆਪਸੀ ਮੇਲ ਜੋਲ ਆਂਢ ਗੁਆਂਢ ਦੇ ਵਿੱਚ ਕਿਸ ਤਰ੍ਹਾਂ ਦਾ ਸੀ ਤੇ ਜਿਹੜੀ ਉਹ ਹਿਜਰਤ ਕਰਕੇ ਆਏ ਉਹ ਉਸ ਦੇ ਦੌਰਾਨ ਕਿਸ ਪੀੜ 'ਚੋਂ ਲੰਘੇ, ਕਿਸ ਦਰਦ ਨੂੰ ਸਿਆ, ਇਹ ਨਜ਼ਮ ਉਹਨੂੰ ਬਿਆਨ ਕਰਦੀ ਹੈ। ਔਰ ਇਹ ਨਜ਼ਮ ਭਾਵੇਂ ਲਿਖੀ ਮੈਂ ਪਰ ਇਹ ਉਹਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਹੈ ਔਰ ਇਹ ਤਰਜਮਾਨੀ ਸਾਰੇ ਉਹਨਾਂ ਮੁਹਾਜਰਾਂ, ਉਹਨਾਂ ਸ਼ਰਨਾਰਥੀਆਂ, ਉਹਨਾਂ ਰਫਿਊਜੀਆਂ ਦੀ ਹੈ ਜਿਹੜੀ ਇੱਧਰੋਂ ਉੱਜੜ ਕੇ ਉੱਧਰ ਗਏ ਤੇ ਜਿਹੜੇ ਉੱਧਰੋਂ ਉੱਜੜ ਕੇ ਇੱਧਰ ਆਏ। ਇਸ ਨਜ਼ਮ ਦਾ ਜਿਹੜਾ ਉਨਵਾਨ ਹੈ ਉਹ ਹੈ ਕਿ ਮੈਂ ਗੁਜਰਾਂਵਾਲਾ छोड़ आया। मगरिब के उफक के उस पार। अब इस तो पहला कि मैं नज़म पढ़ा, मैं कुछ चीज़ां तुहानूं दसना चाहना कि किवें उन्हां दी जिहड़ी दर्द है, जिवें मैं कह रहा कि पीढ़ी दर पीढ़ी तुरदा साडे तक भी पहुंचिया है। मैनूं याद है जदों मैं बचपन छोटा हुंदा सां ते उन्हां कोलों गुजरांवाले बारे, पाकिस्तान जिथे उन्हां दा जन्म होया, चक हमीद बारे सुणीदा सी और वो साडे घर की जिहड़ी गुफ्तगू सी उहदा तकरीबन समझ लो कि जिवें असीं कथा कहानियां सुनाने आ बच्चिआं नूं, सानूं ते गुड़ती दे विच गुजरांवाले दियां ते चक हमीद दियां गल्लां सुणन नूं मिलियां। ते मैनूं ये याद है कि मैं छोटे हुंदिआं एक वारी रोण हाका जिहा घर आया ते अपने वालिद साहब नूं कहा भी मैनूं जदों भी इत्थे पंजाब साडे भी इधर तुहाडे भी उधर होएगा भी किसी दे
ਕੋਆਰਡੀਨੇਟਸ ਲੱਭਣੇ ਹੋਣ, ਕਿਸੇ ਦੀ ਜ਼ਾਤ ਔਕਾਤ ਪਛਾਣਨੀ ਹੋਵੇ ਤੇ ਉਹਨੂੰ ਪੁੱਛਿਆ ਜਾਂਦਾ, ਪਹਿਲਾ ਸਵਾਲ ਹੁੰਦਾ ਵੀ ਤੇਰਾ ਪਿੰਡ ਕਿਹੜਾ। ਔਰ ਮੈਨੂੰ ਕਿਸੇ ਨੇ ਪੁੱਛਣਾ ਤੇ ਮੇਰੇ ਕੋਲ ਇਹਦਾ ਜਵਾਬ ਨਹੀਂ ਸੀ ਹੁੰਦਾ ਕਿ ਮੇਰਾ ਪਿੰਡ ਕਿਹੜਾ ਹੈ। ਤੇ ਮੈਂ ਇੱਕ ਵਾਰੀ ਆ ਕੇ ਪੁੱਛਿਆ ਉਹਨਾਂ ਨੂੰ, ਰੋਣ ਹਾਕੇ ਹੋ ਕੇ, ਵੀ ਮੈਨੂੰ ਪੁੱਛਦੇ ਨੇ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ। ਤੇ ਉਹਨਾਂ ਨੇ ਮੈਨੂੰ ਇਹ ਰਟਾ ਦਿੱਤਾ, ਹਾਲਾਂਕਿ ਮੈਂ ਬਹੁਤ ਛੋਟਾ ਸਾਂ, ਕਿ ਜਦੋਂ ਵੀ ਤੇਰਾ ਕੋਈ ਪਿੰਡ ਪੁੱਛੇ ਤੇ ਤੂੰ ਕਹਿਣਾ ਹੈ ਕਿ ਮੇਰਾ ਪਿੰਡ ਹੈ ਚੱਕ ਹਮੀਦ, ਤਹਿਸੀਲ ਪਿੰਡ ਦਾਦਣ ਖਾਂ ਤੇ ਜ਼ਿਲ੍ਹਾ ਜੇਹਲਮ। ਔਰ ਮੈਨੂੰ ਯਾਦ ਹੈ ਕਿ ਮੈਂ ਜਦੋਂ ਉਹ ਰੱਟ ਲਿਆ, ਔਰ ਮੈਨੂੰ ਉਸ ਚੀਜ਼ ਨੇ ਇੱਕ ਇਹੋ ਜਿਹਾ ਆਸਰਾ ਦਿੱਤਾ, ਐਂਕਰ ਦਿੱਤਾ, ਕਿ ਉਸ ਤੋਂ ਬਾਅਦ ਮੈਂ ਕਦੀ ਵੀ ਆਪਣੇ ਆਪ ਨੂੰ ਨਿਆਸਰਾ ਨਹੀਂ ਸਮਝਿਆ ਕਿ ਮੇਰਾ ਕੋਈ ਪਿੰਡ ਨਹੀਂ ਹੈ। ਔਰ ਉਦੋਂ ਮੈਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਸੀ ਕਿ ਇਹ ਜਿਹੜੇ ਪਿੰਡ ਦਾ ਜਾਂ ਜਿਹੜੀ ਸਰਜ਼ਮੀਨ ਦਾ ਮੈਂ ਕੋਆਰਡੀਨੇਟਸ ਦੇ ਰਿਹਾ, ਜਿਹੜਾ ਤਾਰੁਫ ਕਰਵਾ ਰਿਹਾ, ਆਪਣੇ ਇਸਮੇ ਗਰਾਮੀ ਦੇ ਰਿਹਾ ਜਿਹੜਾ ਮੇਰਾ, ਉਹ ਪਾਕਿਸਤਾਨ 'ਚ, ਔਰ ਉਹ ਇੱਧਰਲੇ ਪਾਸੇ ਨਹੀਂ। ਇਹ ਮੈਨੂੰ ਬਾਅਦ 'ਚ ਪਤਾ ਲੱਗਾ। ਸੋ ਇਹ ਮੈਂ ਜਿਹੜੀ ਗੱਲ ਕਰ ਰਿਹਾ ਕਿ ਕਿਵੇਂ ਇਹ ਦਰਦ ਜਿਹੜਾ ਹੈ ਪੀੜ੍ਹੀ ਦਰ ਪੀੜ੍ਹੀ ਇਹ ਅੱਗੋਂ ਤੁਰਦਾ ਰਹਿੰਦਾ ਹੈ, ਜੇ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇਸ ਬਾਰੇ ਹਸਾਸ ਕਰਕੇ ਰੱਖੋ। ਔਰ ਇਹ ਨਜ਼ਮ ਇਹ ਉਸੇ ਡਾਇਰੈਕਸ਼ਨ 'ਚ ਅੱਜ ਦੀ ਪੀੜ੍ਹੀ, ਜਿਨ੍ਹਾਂ ਨੂੰ ਮੈਂ, ਜਿਹੜੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਮੈਂ ਹੁਣ ਸੰਬੋਧਿਤ ਹਾਂ, ਇਹ ਉਹਨਾਂ ਨੂੰ ਹਸਾਸ ਕਰਨ ਵਾਸਤੇ ਇਹ ਨਜ਼ਮ ਲਿਖੀ ਗਈ ਹੈ, ਤਾਂ ਕਿ ਉਹ ਆਪਣੇ ਬਾਬਿਆਂ ਦਾ, ਆਪਣੇ ਦਾਦਿਆਂ ਦਾ, ਆਪਣੇ ਮਾਪਿਆਂ ਦਾ ਜਿਹੜਾ ਦੁੱਖ ਹੈ ਉਹਨੂੰ, ਉਹਦੀ ਸਾਂਝ ਵਿੱਚ ਆਪਣਾ ਹਿੱਸਾ ਪਾਉਣ ਤੇ ਆਪਣੇ ਪਾਸਟ ਨੂੰ ਭੁੱਲਣ ਨਾ। सो मैं गुजरांवाला छोड़ा। मगरिब के उफ़क़ के उस पार, सांझ की शफ़क़ के उस पार, मैं जब भी माजी की गलियों से गुज़रता हूँ, अपने कल को आज करता हूँ। बूढ़ी आंखों में एक धुंधला सा उजाला है। मेरे वालिद साहब की उम्र हुण 92 साल है। बूढ़ी आंखों में एक धुंधला सा उजाला है, वो मेरा शहर, मेरा बिछड़ा हुआ चमन गुजरांवाला है। इस धुंधले उजाले में जो झिलमिलाते हैं वो मेरे ही पाँव के नक्श हैं, और जिन गलियों में वो चमकते हैं सीपियों की तरह, वो गुजरांवाला की आबादी मोहम्मद बख्श है। आबादी मोहम्मद बख्श की दूसरी गली में दाईं ओर जो छठा मकान है, उसकी चौखट की तख्ती पर मेरे बाप का नाम है, अवतार सिंह। मेरे अड़ोस में सकीना खाला रहती हैं, और मेरे पड़ोस में चाचा नूर मोहम्मद रहते हैं। सकीना खाला को माँ प्यार से सक्की बुलाती हैं, और सक्की खाला माँ को एहतराम से आपा बुलाती हैं। जब भी माँ कहीं आती जाती है तो सक्की खाला के घर से ही हमारे घर की रोटी आती है, और खेल खेल में हम जब भी गिरते हैं तो खाला अपने बच्चों से पहले मेरे जख्मों पर मरहम लगाती है। मेरी माँ का नाम कुंती है, और सक्की खाला के सभी बच्चों के स्वेटर वही बुनती हैं। शाम को दहलीज पर बैठकर दोनों दाल में से कंकड़ कोकड़ू चुनती हैं। सुख की दाल में से दुख के कोकड़ू एक एक करके निकाल देती हैं, और एक दूसरे की झोली में डाल देती हैं, और फिर हंसकर हवा में उछाल देती हैं। मेरी दादी कभी कभी माँ को ताना देती है, नी कुंतिये, हम सिख हैं और वो मुसलमान हैं। माँ हंसकर टाल देती है, बेजी, आखिर में तो हम सब इंसान हैं, बस फ़र्क है तो इतना कि कोई खाक होगा और कोई राख होगा। मेरे बाप का नूरे चाचे से पक्का याराना है। दोनों का एक दूसरे की बैठक में रोज़ का आना जाना है। शाम की चाय दोनों अक्सर इकट्ठा पिया करते हैं। गमे दौरां की जद्दोजहद को भूलकर इन लम्हों को खुलकर जिया करते हैं। उन शामों की अलसाई सुस्तियों में
गरम चाय की चुस्कियों में मैं नूरे चाचा की गोद में बैठकर अक्सर ये सोचा करता हूँ कि मैं भी बड़ा होकर ऐसे ही जीऊँगा और चाचा नूरे के बेटे सलीम के साथ तश्तरी में कप रख कर चाय पीऊँगा। जब भी मुझे ताप चढ़ता है, चाचा नूरा माथे पे हाथ रखकर एक लंबी दुआ सी पढ़ता है, तब जाके ताप उतरता है। कभी कभी दादी बाप को ताना देती है, वे पुत्र अपने आप को संभाल, हम झटका खाते हैं और वो हलाल। बाप हंसकर टाल देता है, बेजी गोश्त गोश्त होता है और दोस्त दोस्त होता है। अब मंजर कुछ बदल रहा है। सन 47 का मंजर है। सन 47 की सावन की अमावस को गुजरांवाली की आबादी मोहम्मद बख्श की दूसरी गली में छठे मकान के सूने आंगन के बाहर लारी में चाचा नूरा और सक्की खाला हमारा सामान ढो रहे हैं। कभी हंस रहे हैं, कभी रो रहे हैं। दंगाई शायद अभी सो रहे हैं। चाचा ने बाप को गले लगाया और कहा, अल्लाह फी अमान रखना। माँ ने भी आदतन सकीना खाला से कहा, सक्की ज़रा घर का ध्यान रखना। मैं जब लारी में बैठा तो माँ बाप मेरे साथ में थे, लेकिन मैं पीछे अपना नूरा चाचा और सक्की खाला छोड़ आया। मैं गुजरांवाला छोड़ आया। आबादी मोहम्मद बख्श की जद में एक मस्जिद मुनारा था। मस्जिद की जानिब जाते हुए गली के मोड़ पर एक गुरुद्वारा था। आबादी मोहम्मद बख्श की हर रोज़ सुबह का कुछ यूं होता था आगाज़ कि अमृत बेला की अरदास में घुल मिल जाती थी फजर की नमाज। ला इलाहा इल्लल्लाह बोले सो निहाल। ऐसा लगता था कि अल्लाह ताला पूछ रहे हों वाहे गुरु से उसका हाल चाल। सन 47 की अमावस को मैं लारी में बैठा था। मैंने पीछे मुड़कर देखा तो गुरुद्वारे के पाई जी भी बैठे थे। मुझे लगा कि इस वक्त मुसीबत में वाहे गुरु हमारे साथ में है, लेकिन मैं पीछे मुनारे वाला अल्लाह ताला छोड़ आया। मैं गुजरांवाला छोड़ आया। लारी में माँ मेरे साथ बैठी थी, गठड़ी पर एक गठड़ी की तरह। पाँव में उसके सक्की खाला की गुरगाबी थी। गठड़ी में एक अदबुरी स्वेटर थी और चुन्नी की कन्नी से बंधी अपने घर की चाबी थी। माँ की आंखें हाथों की लकीरों पर झुकी हुई थी। लारी अभी भी गुरुद्वारे के सामने मोड़ पर रुकी हुई थी। मैं लारी से उतरा, कुछ तेज कदम चला, अपने घर की चौखट तक पहुंचा और दरवाजे पे लगा कुंडी ताला तोड़ आया। मैं हमेशा के लिए गुजरांवाला छोड़ आया। गोलियों और चीखों की आवाज़ों में, खदशों और अंदाज़ों में रात भर लारी शाहराहों से हटकर हाशियों में चलती रही। उम्मीद बुझती गई, लालटेन जलती रही। सुबह हुई तो किसी ने कहा, अब हम अपने वतन में हैं। मैंने आँख खोलकर देखा तो वही खेत थे, वही सभा थी, वही सूरज था, वही हवा थी,
लेकिन कितना कुछ एक रात बदल गई। दुनिया की हर बात बदल गई, पूरी की पूरी कायनात बदल गई, तर्ज़े हयात व हालात बदल गई, एहसास और जज्बात बदल गई। इस रात के तवील सफ़र में न जाने कितने पहाड़ और नदियां गुजर गई। एक रात के 4 पहर में न जाने कितनी सदियां गुजर गई। माँ वो अधबुनी स्वेटर उधेड़ रही थी और एक ही रात में कितनी अधेड़ सी हो गई थी। बाप कुल्हड़ से चाय पी रहा था और एक ही रात में कितना बूढ़ा हो गया था। मैं लारी से उतरा तो सामने कुछ कच्ची दीवारें थीं, ऊबड़ खाबड़ तारें थीं और उनके पीछे तंबुओं की कतारें ही कतारें थीं। मैं पूरब की जानिब बढ़ रहा था। सामने सूरज चढ़ रहा था। आखिरी बार जो मुड़कर देखा तो वहीं खड़ा हो गया था। मेरे पीछे पश्चिम में मेरा लंबा साया था। मैं भी एक ही रात में कितना बड़ा हो गया था। मैं पीछे पश्चिम में अपना बचपन भोला भाला छोड़ आया। मैं नूरा चाचा सक्की खाला छोड़ आया। मैं मुनारे वाला अल्लाह ताला छोड़ आया। मैं घर के दरवाज़े का कुंडी ताला तोड़ आया। मैं हमेशा 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 के लिए गुजरांवाला छोड़ आया। शुक्रिया।